Hello students, how are you? Beta, myself Chandeep Sonia, your bio teacher from Government Senior Secondary School Mela, District Sangrur. ਬੇਟਾ ਮੈਂ ਤੁਹਾਨੂੰ +2 ਕਲਾਸ ਦੇ ਸੈਕਿੰਡ ਯੂਨਿਟ ਦਾ 5th ਚੈਪਟਰ ਪੂਰੀ ਡਿਟੇਲ 'ਚ ਪਹਿਲਾਂ ਕਰਵਾ ਚੁੱਕੀ ਹਾਂ। ਸਾਰੇ ਟੌਪਿਕਸ ਕਵਰ ਕਰ ਲਏ ਆਪਾਂ। ਲਾਸਟ ਟੌਪਿਕ ਰਹਿੰਦਾ ਸੀ ਆਪਣਾ ਪੈਡੀਗਰੀ ਐਨਾਲਿਸਿਸ। ਬੱਚੇ ਪੈਡੀਗਰੀ ਐਨਾਲਿਸਿਸ ਇਹ ਜੈਨੇਟਿਕਸ ਦੀ ਜਾਨ ਆਏ ਵਾਲਾ ਟੌਪਿਕ, ਤਾਂ ਸਾਨੂੰ ਇਹਦੇ ਬਾਰੇ ਜ਼ਰੂਰ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ। ਤਾਂ ਪੈਡੀਗਰੀ ਐਨਾਲਿਸਿਸ ਕੀ ਆ ਬੱਚੇ, ਜਿਹੜਾ ਇਹ ਟੌਪਿਕ ਆ, ਦੇਖੋ ਮੈਂ ਇੱਕ ਡਾਇਗਰਾਮ ਬਣਾਈ ਆ ਫੈਮਿਲੀ ਟਰੀ। ਫੈਮਿਲੀ ਟਰੀ ਕੀ ਹੈ ਕਿ ਜਿਹੜੇ ਸਾਡੇ ਪੂਰਵਜ ਸੀ ਉਹ ਕਿੱਦਾਂ ਦੇ ਸੀ, ਉਹਨਾਂ ਦੇ ਵਿੱਚ ਕਹੇ ਜਿਹੇ ਕਰੈਕਟਰ ਸੀ, ਕਹੇ ਜਿਹੇ ਕਰੈਕਟਰਸ ਪਾਸ ਔਨ ਹੋ ਗਏ ਨੈਕਸਟ ਟੂ ਨੈਕਸਟ ਜਨਰੇਸ਼ਨ ਦੇ ਵਿੱਚ। ਇਹਦੇ ਸਾਰੇ ਦੀ ਅੰਡਰਸਟੈਂਡਿੰਗ ਦੇ ਲਈ ਸਾਨੂੰ ਕੀ ਜ਼ਰੂਰੀ ਹੈ, ਫੈਮਿਲੀ ਟਰੀ ਬਣਾਉਣਾ ਅਤੇ ਪੈਡੀਗਰੀ ਐਨਾਲਿਸਿਸ। ਤਾਂ ਬੱਚੇ ਪੈਡੀਗਰੀ ਐਨਾਲਿਸਿਸ ਐਕਚੁਅਲੀ ਹੁੰਦਾ ਕੀ ਆ, ਦੇਖੋ ਬੇਟਾ ਮੈਂਡਲ ਨੇ ਪੀ ਪਲਾਂਟ ਦੇ ਉੱਪਰ ਰਿਸਰਚਿਸ ਕੀਤੀਆਂ। ਉਹਨੇ ਨੀਅਰ ਅਬਾਊਟ 28,000 ਪੀ ਦੀ ਵਰਾਇਟੀਜ਼ ਦੇ ਉੱਪਰ ਰਿਸਰਚ ਕੀਤੀਆਂ। ਕਾਫੀ ਲੰਬਾ ਸਮਾਂ ਕਰਦਾ ਰਿਹਾ ਕਿ ਉਹਨਾਂ ਦੇ ਕਿਸ ਤਰ੍ਹਾਂ ਕਰੈਕਟਰਸ ਚੇਂਜ ਆਏ ਜਨਰੇਸ਼ਨ ਟੂ ਜਨਰੇਸ਼ਨ, ਤਾਂ ਕੀ ਡਿਜ਼ੀਜ਼ਿਸ ਹੋਈਆਂ ਕਿੱਦਾਂ। ਪਰ ਬੇਟਾ ਹਿਊਮਨਸ ਦੇ ਵਿੱਚ ਇਹ ਪੋਸੀਬਲ ਨਹੀਂ ਸੀ, ਤਾਂ ਇਸ ਦੇ ਲਈ ਇਹਨਾਂ ਨੇ ਇੱਕ ਡਿਫਰੈਂਟ ਟੈਕਨੀਕਸ ਅਡੋਪਟ ਕੀਤੀ। ਪੈਡੀਗਰੀ ਐਨਾਲਿਸਿਸ ਡੈਫੀਨੇਸ਼ਨ ਆ, it is the family tree involving transmission of traits for 2 or more generations। मतलब ਕੀ ਹੈ ਬੇਟੇ, ਕਰੈਕਟਰਸ ਦਾ ਕਰੈਕਟਰਸ, ਟ੍ਰੇਟਸ, ਡਿਜ਼ੀਜ਼ਿਜ਼ ਕੁਛ ਵੀ ਜਨਰੇਸ਼ਨ ਟੂ ਜਨਰੇਸ਼ਨ ਅੱਗੇ ਅੱਗੇ ਪਾਸ ਹੋਣ ਦਾ, ਜਿਹੜੇ ਪਾਸ ਹੋਣ ਦੇ ਲਈ ਇੱਕ ਗ੍ਰਾਫਿਕ ਰੂਪ ਦੇ ਵਿੱਚ ਰੀਪ੍ਰਜੈਂਟ ਕਰਦੇ ਹਾਂ ਆਪਾਂ ਫੈਮਿਲੀ ਟਰੀ ਦੇ ਰੂਪ ਦੇ ਵਿੱਚ। ਉਸ ਨੂੰ ਅਸੀਂ ਕੀ ਕਹਿੰਦੇ ਹਾਂ, ਪੈਡੀਗਰੀ ਐਨਾਲਿਸਿਸ। ਹਾਂਜੀ ਬੇਟੇ, ਨੈਕਸਟ ਇੱਕ ਕੁਐਸਚਨ ਆ ਵੀ ਇਹਦੀ ਸਾਨੂੰ ਜ਼ਰੂਰਤ ਕਿਉਂ ਪਈ, ਵਾਈ ਵੀ ਸਟੱਡੀ ਪੈਡੀਗਰੀ। ਬੱਚੇ ਇਟਸ ਸਿੰਪਲ, ਇਟ ਟੈਲਸ ਅਸ ਅਬਾਊਟ ਇਨਹੈਰੀਟੈਂਸ ਪੈਟਰਨ ਆਫ ਡਿਜ਼ੀਜ਼। ਮਤਲਬ ਕੀ ਆ ਕਿ ਜਿਹੜੀ ਕੋਈ ਬਿਮਾਰੀ ਕਿਸੇ ਜਨਰੇਸ਼ਨ ਦੇ ਵਿੱਚ ਹੈ, ਉਹਦਾ ਇਨਹੈਰੀਟੈਂਸ ਮਤਲਬ ਕੀ ਆ ਕਿ ਉਹ ਸਾਡੇ ਐਨਸੈਸਟਰਸ ਦੇ ਵਿੱਚ, ਸਾਡੇ ਪੂਰਵਜਾਂ ਦੇ ਵਿੱਚ ਉਸ ਦਾ ਕੀ ਸਿਸਟਮ ਸੀ, ਕਿੱਦਾਂ ਦੀ ਸੀ, ਉਹਦੇ ਬਾਰੇ ਕਿ ਸਾਡੇ ਦੇ ਵਿੱਚ ਉਹਨਾਂ ਤੋਂ ਪਾਸ ਔਨ ਹੋਈ ਹੈ। ਤਾਂ ਇਹ ਸਾਡੀ ਉਹਦੀ ਸਾਰੀ ਸਟੱਡੀ ਨੂੰ ਕੀ ਕਹਿੰਦੇ ਅਸੀਂ, ਪੈਡੀਗਰੀ। ਇਟ ਟੈਲਸ ਅਸ ਅਬਾਊਟ ਪੋਸੀਬਿਲਿਟੀ ਆਫ ਅਕਰੈਂਸ ਆਫ ਏ ਟ੍ਰੇਟ। ਇਹ ਪਹਿਲਾਂ ਵੀ ਦੱਸਿਆ, ਆਪਾਂ ਮਤਲਬ ਪਤਾ ਕਰ ਸਕਦੇ ਹਾਂ ਕਿ ਕਿੱਦਾਂ ਦੇ ਕਰੈਕਟਰਸ ਜਾਂ ਕਿੱਦਾਂ ਦੇ ਟ੍ਰੇਟਸ ਕਿਸੇ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਹੋਣਗੇ। ਤਾਂ ਇੱਕ ਗੱਲ ਸਪੈਸ਼ਲ ਯਾਦ ਰੱਖਿਓ ਬੱਚੇ, ਪੈਡੀਗਰੀ ਦੇ ਨਾਲ ਅਸੀਂ ਕੀ ਸਿਰਫ ਪਤਾ ਕਰ ਸਕਦੇ ਹਾਂ, only Mendelian disorders, not chromosomal disorders, means it only tell about Mendelian disorders and not about chromosomal disorders। ਬੇਟਾ ਮੈਂ ਤੁਹਾਨੂੰ ਇੱਕ ਗੱਲ ਰਿਪੀਟਿਡਲੀ ਕਹਿ ਰਹੀ ਹਾਂ ਕਿ ਜਿਹੜਾ ਮੈਂ ਸਾਰਾ ਇੱਥੇ ਸਲਾਈਡਸ ਦੇ ਉੱਪਰ ਰਿਟਨ ਮਟੀਰੀਅਲ ਤੁਹਾਨੂੰ ਦੇ ਰਹੀ ਹਾਂ, ਇਹ ਤਾਂ ਤੁਸੀਂ ਉਤਾਰਨਾ ਹੈ ਹੀ ਆ। ਅੱਗੇ ਅਸੀਂ ਪੈਡੀਗਰੀ ਚਾਰਟਸ ਕਰਾਂਗੇ, ਤਾਂ ਮੈਂ ਤੁਹਾਨੂੰ ਕਾਫੀ ਕੁਛ ਬੋਲ ਕੇ ਵੀ ਸਮਝਾਉਂਗੀ, ਕਾਫੀ ਲਿਖਿਆ ਵੀ ਹੁੰਦਾ। ਤਾਂ ਤੁਸੀਂ ਮੇਰਾ ਇੱਕ ਇੱਕ ਵਰਡ ਨੋਟ ਕਰਨਾ ਬੱਚੇ। ਜੇ ਤੁਹਾਨੂੰ ਇੰਗਲਿਸ਼ 'ਚ ਕਨਵਰਟ ਕਰ ਸਕੋਗੇ ਇੰਗਲਿਸ਼ 'ਚ, ਨਹੀਂ ਪੰਜਾਬੀ 'ਚ ਨੋਟ ਕਰ ਲਓ। ਜਦੋਂ ਆਪਾਂ ਮਿਲਾਂਗੇ ਮੈਂ ਤੁਹਾਨੂੰ ਸਾਰਾ ਡਿਟੇਲ 'ਚ ਅੱਛੀ ਤਰ੍ਹਾਂ ਸਮਝਾ ਦੂੰ। ਨੈਕਸਟ ਆ ਬੇਟਾ, ਆਪਾਂ ਨੇ ਇਹਦਾ ਦੇਖਣਾ ਕਿ ਸਿਗਨੀਫੀਕੈਂਸ ਕੀ ਹੈ। ਠੀਕ ਹੈ, ਸਿਗਨੀਫੀਕੈਂਸ ਮਤਲਬ ਕੀ ਹੈ ਵੀ ਇਹਦਾ ਫਾਇਦਾ। ਇਟ ਹੈਲਪਸ genetic counselors to advise the couples about the possibility of offspring having a disease। ਜਿਹੜੇ ਬੱਚੇ ਜੈਨੇਟਿਕ ਕਾਉਂਸਲਰਸ ਹੁੰਦੇ ਨੇ, ਕਾਉਂਸਲਿੰਗ ਲਈ ਜਾਂਦੇ ਨੇ ਕਪਲਸ, ਵਿਆਹੇ ਜੋੜੇ ਜੈਨੇਟਿਕ ਕਾਉਂਸਲਰਸ ਕੋਲੇ, ਉਹ ਉਹਨਾਂ ਨੂੰ ਦੱਸ ਦਿੰਦੇ ਨੇ ਕਿ ਜਿਹੜੀ ਉਹਨਾਂ ਦੇ ਆਫਸਪ੍ਰਿੰਗਸ ਜਾਂ ਬੱਚੇ ਹੋਣਗੇ, ਉਹਨਾਂ ਦੇ ਵਿੱਚ ਕੋਈ ਡਿਜ਼ੀਜ਼ ਹੋਣ ਦੇ ਚਾਂਸਿਸ ਕਿੱਦਾਂ ਨੇ ਇਨਹੈਰੀਟੈਂਸ ਤੋਂ। ਠੀਕ ਹੈ, ਇਹ ਇਹਦਾ ਸਿਗਨੀਫੀਕੈਂਸ ਹੋ ਗਿਆ ਬੇਟੀ। ਬੱਚੇ ਹੁਣ ਜਿਹੜੇ ਮੇਨ ਇਹ ਦਿਮਾਗ 'ਚ ਪੱਕਾ ਬਿਠਾ ਲਓ ਵੀ ਅਸੀਂ ਜਦੋਂ ਕੋਈ ਪੈਡੀਗਰੀ ਚਾਰਟ ਦੇਖਣਾ, ਅਸੀਂ ਉਹਦੇ ਬਾਰੇ ਕੀ ਲਿਖਣਾ। ਬੱਚੇ ਤੁਸੀਂ ਸਭ ਤੋਂ ਪਹਿਲਾਂ ਇਹ ਦੇਖਣਾ ਵੀ ਉਹ ਆਟੋਸੋਮਲ ਇਨਹੈਰੀਟੈਂਸ ਆ ਜਾਂ
ਸੈਕਸ ਲਿੰਕਡ, ਠੀਕ ਹੈ। ਆਟੋਸੋਮਲ ਇਨਹੈਰੀਟੈਂਸ ਹੈ ਜਾਂ ਸੈਕਸ ਲਿੰਕਡ ਆ। ਅੱਗੇ ਬੱਚੇ ਫਿਰ ਆਪਾਂ ਫੇਰ ਦੇਖਣਾ ਵੀ ਉਹ ਡੋਮੀਨੈਂਟ ਆ ਕਿ ਰਿਸੈਸਿਵ ਆ। ਹੁਣ ਮੈਂ ਤੁਹਾਨੂੰ ਚਾਰੇ ਵਰਡਸ ਬਾਰੇ ਰਿਪੀਟ ਕਰਕੇ ਦੁਬਾਰਾ ਸਮਝਾ ਰਹੀ ਹਾਂ, ਜਦ ਕਿ ਤੁਹਾਨੂੰ ਮੈਨੂੰ ਪੂਰੀ ਉਮੀਦ ਆ ਸਾਰਿਆਂ ਨੂੰ ਇਸ ਬਾਰੇ ਪਤਾ ਹੋਊਗਾ। ਬੇਟੇ ਆਟੋਸੋਮਸ ਅਤੇ ਆਟੋਸੋਮਸ ਕੀ ਨੇ ਬੇਟੇ, ਹਿਊਮਨ ਬੋਡੀ ਦੇ ਵਿੱਚ ਸਾਡੇ ਵਿੱਚ 46 ਕ੍ਰੋਮੋਸੋਮਸ ਨੇ, 23 ਪੇਅਰਸ ਨੇ, 22 ਆਟੋਸੋਮਸ ਨੇ ਐਂਡ 1 ਪੇਅਰ ਹੈਗਾ ਬੱਚੇ ਸੈਕਸ ਕ੍ਰੋਮੋਸੋਮਸ ਦਾ, ਠੀਕ ਹੈ। ਤਾਂ ਜਿਹੜੇ ਆਟੋਸੋਮਲ ਇਨਹੈਰੀਟੈਂਸ ਹੁੰਦੀ ਆ ਵੀ ਅਦਰ ਦੈਨ ਸੈਕਸ ਕ੍ਰੋਮੋਸੋਮ ਦੇ ਥਰੂ ਜਿਹੜੀ ਡਿਜ਼ੀਜ਼ ਅੱਗੇ ਦੀ ਅੱਗੇ ਟਰਾਂਸਫਰ ਹੁੰਦੀ ਹੈ, ਅਤੇ ਸੈਕਸ ਲਿੰਕਡ ਹੋ ਗਈ ਜਿਹੜੀ ਸੈਕਸ ਕ੍ਰੋਮੋਸੋਮ 'ਤੇ ਹੁੰਦੀ ਆ। ਜਿਹੜਾ ਬੱਚੇ ਆਟੋਸੋਮਲ ਡੋਮੀਨੈਂਟ ਆ, ਤਾਂ ਡੋਮੀਨੈਂਟ ਕਿਹਨੂੰ ਕਹਾਂਗੇ ਬੇਟੇ ਆਪਾਂ, ਡੋਮੀਨੈਂਟ ਉਹ ਹੁੰਦਾ ਆ, ਡੋਮੀਨੈਂਟ ਦੇ ਤਾਂ ਮੈਂ ਡੋਮੀਨੈਂਟ ਕੀ ਹੋਊਗਾ, ਜਿਵੇਂ ਬੇਟੇ ਤੁਹਾਨੂੰ ਯਾਦ ਹੋਊਗਾ ਮੈਂ ਪਹਿਲਾਂ ਕਰਾਇਆ ਸੀ ਟੀ ਟੌਲ ਲਈ, ਟੀ ਰਿਸੈਸਿਵ ਲਈ, ਹੈ ਨਾ। ਤਾਂ ਜਿਹੜੇ ਇਸ ਤਰ੍ਹਾਂ ਕਰੈਕਟਰਸ ਨੇ ਜਿਹੜੇ ਅਪੀਅਰ ਹੁੰਦੇ ਨੇ, ਜਿਹੜੇ ਆਪਣੀ ਆਈਡੈਂਟੀਟੀ ਸ਼ੋਅ ਕਰਦੇ ਨੇ, ਜਿਵੇਂ ਇਹਨਾਂ ਦੇ ਆਪਾਂ ਉਹ ਕ੍ਰੋਸਿਸ ਕੀਤੇ ਸੀ, ਜੇ ਆਹ ਬਣ ਜਾਂਦਾ ਸੀ ਤਾਂ ਵੀ ਕਿ ਟੌਲ, ਆਹ ਬਣ ਜਾਂਦਾ ਸੀ ਬੇਟੇ ਤਾਂ ਵੀ ਟੌਲ, ਹੈ ਨਾ, ਕਿਉਂਕਿ ਟੀ ਡੋਮੀਨੇਟ ਕਰ ਗਿਆ ਆਪਣੇ 'ਤੇ। ਤਾਂ ਤੁਸੀਂ ਬੱਚੇ ਕੀ ਕਰਨਾ, ਇਹਦੇ 'ਚ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਆਟੋਸੋਮਲ ਆ ਜਾਂ ਸੈਕਸ ਲਿੰਕਡ ਆ, ਡੋਮੀਨੈਂਟ ਆ ਜਾਂ ਰਿਸੈਸਿਵ ਆ। ਬੇਟੇ ਤੁਸੀਂ ਸੈਕਸ ਲਿੰਕਡ ਬਾਰੇ ਵੀ ਆਪਾਂ ਨੇ ਡਿਟੇਲ 'ਚ ਕੀਤਾ ਸੀ। ਸੈਕਸ ਲਿੰਕ ਤੁਸੀਂ ਦੇਖਿਆ ਹੋਊਗਾ ਮੋਸਟਲੀ, ਜਿਵੇਂ ਆਪਾਂ ਕਲਰ ਬਲਾਈਂਡਨੈਸ ਵਗੈਰਾ ਕੀਤਾ, ਤਾਂ ਮੋਸਟਲੀ ਜਿਹੜੇ ਚੇਂਜਿਸ ਆਉਂਦੀਆਂ ਨੇ ਉਹ ਐਕਸ ਕ੍ਰੋਮੋਸੋਮਸ 'ਤੇ ਆਉਂਦੀਆਂ ਨੇ, ਠੀਕ ਹੈ। ਤਾਂ ਵਾਈ ਦੇ ਉੱਪਰ ਘੱਟ ਨੋਟ ਕੀਤੀਆਂ ਜਾਂਦੀਆਂ ਨੇ, ਤਾਂ ਇਸ ਕਰਕੇ ਅਸੀਂ ਸੈਕਸ ਲਿੰਕਡ ਨੂੰ ਐਕਸ ਲਿੰਕਡ ਇਨਹੈਰੀਟੈਂਸ ਵੀ ਕਹਿ ਦਿੰਦੇ ਹਾਂ, ਠੀਕ ਹੈ। ਤਾਂ ਜਿਸ ਤਰ੍ਹਾਂ ਮੈਂ ਹੁਣ ਐਵੇਂ ਐਕਸਟਰਾ 'ਚ ਬੋਲ ਰਹੀ ਹਾਂ ਬੇਟਾ, ਇਹਨਾਂ ਨੂੰ ਵੀ ਤੁਸੀਂ ਹਰ ਇੱਕ ਗੱਲ ਨੂੰ ਮੇਰੀ ਨੂੰ ਨੋਟ ਕਰਨਾ, ਓਕੇ। ਨੈਕਸਟ ਸਲਾਈਡ ਹੈ ਬੱਚੇ ਸਾਡੀ, ਜੇ ਤੁਸੀਂ ਬੱਚੇ ਆਹਾ ਸਿੰਬਲਸ ਯਾਦ ਕਰੋਗੇ ਤਾਂ ਤੁਹਾਨੂੰ ਇਸ ਤੋਂ ਨੈਕਸਟ ਸਲਾਈਡਸ ਯਾਦ ਹੋਣਗੀਆਂ, ਠੀਕ ਹੈ। ਨਾਲ ਨਾਲ NCERT ਖੋਲ੍ਹ ਕੇ ਰੱਖੋ, ਕਿਉਂਕਿ ਜਦੋਂ ਇੱਕਦਮ ਨਹੀਂ ਯਾਦ ਹੁੰਦੀਆਂ ਤਾਂ NCERT ਦਾ ਜਿਹੜਾ NCERT ਦੇ ਆਪਣਾ 5th ਚੈਪਟਰ ਦੇ ਵਿੱਚ ਇਹ ਵਾਲੀ ਡਾਇਗਰਾਮ ਫਿਗਰ ਬਣੀ ਹੋਈ ਹੈ 5.13, ਤਾਂ NCERT ਦਾ ਮੈਂ ਤਾਂ ਹੀ ਮੈਂਸ਼ਨ ਕੀਤਾ ਅੱਗੇ, ਇਹ ਡਾਇਗਰਾਮ ਵੀ ਮੈਂ NCERT ਤੋਂ ਹੀ ਲਈ ਹੈ। ਤਾਂ ਬੇਟਾ ਜਿਹੜਾ ਇਸ ਤਰ੍ਹਾਂ ਜਿਹੜਾ ਸੀ ਸਭ ਤੋਂ ਉੱਪਰ ਸਕੁਏਅਰ ਬਣਾਇਆ, ਇਹਨੂੰ ਅਸੀਂ ਮੇਲ ਨਾਲ ਰਿਪਰਜੈਂਟ ਕਰਦੇ ਹਾਂ, ਸਰਕਲ ਫੀਮੇਲ, ਸੈਕਸ ਅਨਸਪੈਸੀਫਾਈਡ ਮਤਲਬ ਜਿਹਦਾ ਸੈਕਸ ਕੋਈ ਕਨਫਰਮ ਨਹੀਂ, ਉਹ ਇਸ ਸਿੰਬਲ ਨਾਲ ਆਪਾਂ ਨੇ ਸ਼ੋਅ ਕਰਨਾ ਬੇਟੇ, ਠੀਕ ਹੈ। ਤਾਂ ਨੈਕਸਟ ਹੈ ਬੇਟੇ, ਜੇ ਦੇਖੋ ਆਹ ਹੈ ਮੇਲ, ਆਹ ਹੈਗੇ ਸਰਕਲ ਵਾਲੀ ਫੀਮੇਲ, ਇਹਨਾਂ ਦੇ ਵਿੱਚ ਆਹ ਇੱਕ ਲਾਈਨ ਆ, ਲਾਈਨ ਦਾ ਮਤਲਬ ਕੀ ਹੈ ਵੀ ਦੋਨਾਂ ਦੀ ਮੈਰਿਜ ਹੋ ਰਹੀ ਹੈ, ਮੇਟਿੰਗ, ਠੀਕ ਹੈ। ਨੈਕਸਟ ਆ ਬੱਚੇ ਆਹ ਮੇਲ ਅਤੇ ਫੀਮੇਲ ਤਾਂ ਹੈਗੇ, ਪਰ ਉਰੇ ਸਿੰਗਲ ਦੀ ਥਾਂ 'ਤੇ ਕਿਹੜੀ ਲਾਈਨ ਆ, ਡਬਲ, ਠੀਕ ਹੈ। ਤਾਂ ਮੇਟਿੰਗ ਬਿਟਵੀਨ ਰਿਲੇਟਿਵ ਮਤਲਬ ਕਿ ਇਹਦਾ ਦੂਜਾ ਨਾਮ ਕੀ ਹੈ ਬੇਟੇ, ਕੌਨਸੈਗਿਊਨਸ ਮੇਟਿੰਗ ਮੀਨਸ ਮੇਟਿੰਗ ਬਿਟਵੀਨ ਕਜ਼ਨਸ, ਇਹਦਾ ਮਤਲਬ ਕੀ ਆ, ਮੇਟਿੰਗ ਬਿਟਵੀਨ ਕਜ਼ਨਸ, ਠੀਕ ਹੈ। ਨੈਕਸਟ ਆ ਬੱਚੇ ਆਹ ਇੱਕ ਮੇਲ ਬਣਾਤਾ, ਆਹ ਫੀਮੇਲ, ਇਹਨਾਂ ਦੋਨਾਂ ਦੀ ਮੇਟਿੰਗ ਹੋਈ, ਆਹ ਮੈਂ ਸ਼ੋਅ ਕਰ ਰਿਹਾ ਇੱਥੇ ਅਸੀਂ ਇਹਨਾਂ ਦੋਨਾਂ ਦੇ ਬੱਚੇ, ਇੱਕ ਕੀ ਹੋਈ ਫੀਮੇਲ, ਇੱਕ ਕੀ ਹੋਇਆ ਮੇਲ। ਤਾਂ ਪੇਰੈਂਟਸ ਅਬਵ, ਉੱਪਰਲੇ ਆਹ ਅਤੇ ਆਹ ਅਤੇ ਆਹ ਦੋਨੋਂ ਕੀ ਨੇ ਪੇਰੈਂਟਸ, ਅਤੇ ਨੀਚੇ ਆ ਦੋਨੋਂ ਬਣੇ ਹੋਏ ਨੇ ਆਹ ਚਿਲਡਰਨ, ਇਹਨਾਂ ਦਾ ਬਰਥ ਕਿਵੇਂ ਆ, ਫਰੋਮ ਲੈਫਟ ਟੂ ਰਾਈਟ, ਠੀਕ ਹੈ ਬੇਟੇ। ਨੈਕਸਟ ਆ ਪੇਰੈਂਟਸ ਵਿਦ ਮੇਲ ਚਾਈਲਡ ਅਫੈਕਟਿਡ, ਦੇਖੋ ਆਹ ਅਤੇ ਆਹ ਦੋਨੋਂ ਕੀ ਨੇ, ਆਹ ਅਤੇ ਆਹ ਪੇਰੈਂਟਸ, ਇਹਨਾਂ ਦੀ ਵੇਟਿੰਗ ਸ਼ੋਅ ਕਰਤੀ, ਇਹਨਾਂ ਦਾ ਜਿਹੜਾ ਚਾਈਲਡ ਹੋਇਆ ਮੇਲ ਆ। ਮੈਂ ਜਿਹੜਾ ਵਿੱਚੋਂ ਬੱਚੇ ਇਸ ਤਰ੍ਹਾਂ ਬਾਕਸ ਅਸੀਂ ਫਿਲ ਕਰ ਦਿੰਦੇ ਹਾਂ, ਜਾਂ ਕੋਈ ਇਸ ਤਰ੍ਹਾਂ ਬਾਕਸ ਬਣਾ ਕੇ ਇਸ ਤਰ੍ਹਾਂ ਲਾਈਨਸ ਲਗਾ ਦਿੰਦੇ ਹਾਂ, ਮੀਨਸ ਖਾਲੀ ਨਹੀਂ ਹੈਗਾ, ਉਹਦਾ ਮਤਲਬ ਕੀ ਆ, ਅਫੈਕਟਿਡ ਆ। ਪੇਰੈਂਟਸ ਵਿਦ ਮੇਲ ਚਾਈਲਡ ਅਫੈਕਟਿਡ ਵਿਦ ਡਿਜ਼ੀਜ਼, ਓਕੇ ਬੇਟਾ। ਤਾਂ ਜੇ ਇਸ ਤਰ੍ਹਾਂ ਕਰਕੇ ਅਸੀਂ ਵਿੱਚ ਸਿੰਬਲ ਪਾ ਕੇ 5 ਲਿਖਤਾ,
तो यदा मतलब की है 5 अनइफेक्टिड ऑफ स्प्रिंग्स। ओके पुत्त, हुण आपां नैक्सट करते हैं। ध्यान नाल मेल फीमेल याद रखियो। मेल नहीं पहला याद रखो, फीमेल सर्कल वाला, मेल स्क्वेयर आ, ते भरे हुए अफेक्टिड ने, खाली ने नॉर्मल। ठीक है, हाँ जी बेटा, ये मैं तुहानू टिप्स दे रही हाँ। तुहानू मैं रियली कहनी हाँ, तुसी नैक्सट स्लाइड देखने तो पहला जे वो सिंबल्स ते आहा, सॉरी बेटे इत्थे की होया, आ थर्ड मैं रिपीटली दोबारा लिखी, इत्थे आपां ने की लिखना सी बेटे, फोर्थ। हाँ जी, तो ये टिप्स ने बेटे 4। सब तो पहला बच्चे जे फस्ट प्रोजनी च भी मेल आ ते नैक्सट भी मेल आ, इफेक्टिड मेल आ रहे हैं, तो जे मेल टू मेल करैक्टर्स ट्रांसफर हो रहे हैं, ये चारों गल्लां दिमाग च याद रखनियां ने। तो वो केड़ी इनहेरिटेंस होगी, वाई लिंक्ड। वाई लिंक्ड मतलब सैक्स लिंक्ड। आपां की पछाणना बेटे, कोई भी पैडिग्री बनया होगा, एक तो भी वो ऑटोसोमल आ या सैक्स लिंक्ड आ, दूजे नंबर ते वो डोमीनेंट आ क्या रिसैसिव। देखो तुम मिनटा मिनटा या चारों टिप्स दिमाग च रख के अपने आप करोगे। नैक्सट होंगी है बेटे एक क्रिस क्रॉस इनहेरिटेंस, इसका दूजा नाम है एक्स लिंक्ड रिसैसिव। बच्चे जे कोई करैक्टर मेल टू एम तो मेल, मेल टू फीमेल, फीमेल टू मेल, या आह ग्रैंडफादर टू डॉटर, डॉटर टू सन। ठीक है, इस तरह मतलब मेल फीमेल ऐदा अगे जाई जाए, उन्होंने कहने आप क्रिस क्रॉस इनहेरिटेंस या एक्स लिंक्ड रिसैसिव। नैक्सट है बच्चे कैरियर। ठीक है, तो ये की है बेटे, एक इनू स्क्वेयर मैं थोड़ा की दसिया सी, मेल ना एक मेल नॉर्मल ते एक फीमेल नॉर्मल, आ फीमेल आ मेल, इन्हों की मेटिंग होगी। ठीक है, मैरिज होगी, उन्हों जोड़ा बच्चा होया वो की आ मेल है ना, तो पर मैं विचों इनू भरता, तो यदा मतलब की होया बेटे ये अफेक्टिड आ, मीनस पेरेंट्स सीगे अनइफेक्टिड बीमारी तो बिना, तो उन्हों का बच्चा किहड़ा हो गया अफेक्टिड। जदों बेटे पेरेंट्स अनइफेक्टिड होन ते बच्चा अफेक्टिड होवे, या एक दो जनरेशन तो बाद डिजीज़ का करैक्टर अफेक्टिड शो हो रहा होवे, तो वो ट्रेट किहड़ा हुंदा याद रखियो बच्चे, रिसैसिव। पहला मैं तुहानूं की दसदा, दोनों सैक्स लिंक्ड हो गए, फिर हुण मैं दसदा रिसैसिव किवें लभोगे तुसीं। ठीक है, नैक्सट आ बच्चे, समझ आ रहा तो दस्यो, नहीं आया तो मेरा फ़ोन नंबर नोट कर लो 8283830438, मैनू फ़ोन करके जो मर्जी समझ सकते हो। नैक्सट आ बेटा, इफ़ फीमेल बिकम्स अफेक्टिड वैन ट्रेट पासिस फ्रॉम वन पेरेंट ओनली। देखो बेटे, मान लो आहा सपोज आहा अगे मैं करवाऊँगी बेटे, मेल आ ये फीमेल आ। ठीक है, इन्हां दे विचों कोई भी चल आहा इफेक्टिव ला लो भावें, है ना, इन्हां चों जिहड़ी अगे की प्रोजनी हुई फीमेल, मतलब की आ इहदा फोर्थ बारे समझा रही हूँ। इफ फीमेल बिकम्स इफेक्टिड, होगी इफेक्टिड वैन ट्रेट पासिस, करैक्टर इन्हां दोनों चों आ रहा ना, फ्रॉम वन पेरेंट ओनली, तो इफेक्टिड ट्रेट किहदे तो एक पेरेंट भी इफेक्टिड होवे, दैन द एक पेरेंट दोनों चों कोई भी इफेक्टिड होवे, ते जे उन्हां दी प्रोजनी हैगी है फीमेल, तो इनू की कहांगे आपां बेटा, ऑलवेज डोमीनेंट। ठीक है, भावें वो ऑटोसोमल भी हो सकती है, वो सैक्स लिंक्ड भी हो सकती है। क्लीयर, हाँ जी बेटा, टिप समझ आ गई। हुण आपां नैक्सट स्लाइड करते हैं। बेटा ये थोड़ा उपर रह गया, कोई गल नहीं, तुहानूं पता लग गया। बच्चे आ की है साडे कोले मेल, है ना, आ की है फीमेल। मेल की मैं शो कर रही हूँ बच्चे अफेक्टिड,
ਫੀਮੇਲ ਅਨਇਫੈਕਟਿਡ। ਉਹਨਾਂ ਦੇ ਸਾਡੇ ਕੋਲੇ ਕਿੰਨੇ ਬੱਚੇ ਹੋਏ? 1 2 3 ਹੈ ਨਾ, 3 ਹੋ ਗਏ। ਤਾਂ ਜਿਹੜੇ ਉਹਨਾਂ ਦੇ ਤਿੰਨੋਂ ਬੱਚੇ ਨੇ ਬੇਟਾ, ਉਹਨਾਂ ਦੇ ਤਿੰਨੋਂ ਬੱਚੇ ਜਿਹੜੇ ਹੈਗੇ ਨੇ, ਇੱਕ ਉਹਨਾਂ 'ਚੋਂ ਅਫੈਕਟਿਡ ਆ ਅਤੇ 2 ਨੋਰਮਲ ਨੇ। ਤਾਂ ਇਹਦੇ 'ਚ ਬੱਚੇ ਪਹਿਲੀ ਦੇਖੋ ਪੇਰੈਂਟ ਫਾਦਰ ਮੇਲ, ਕਰੈਕਟਰੇਟ ਗਿਆ ਅਫੈਕਟਿਡ, ਫਿਰ ਕੀ ਹੋ ਗਿਆ? ਫੀਮੇਲ। ਫੀਮੇਲ ਤੋਂ ਬਾਅਦ ਮੇਲ। ਤਾਂ ਇੱਦਾਂ ਦੀ ਇਨਹੈਰੀਟੈਂਸ ਨੂੰ ਮੈਂ ਤੁਹਾਨੂੰ ਫਸਟ ਟਿਪ ਦੱਸਿਆ ਸੀ ਜਿਹੜਾ, ਉਹ ਕੀ ਸੀ ਬੱਚੇ? ਕ੍ਰਿਸ ਕ੍ਰੋਸ ਇਨਹੈਰੀਟੈਂਸ। ਸੌਰੀ ਸੈਕਿੰਡ ਟਿਪ ਸੀ, ਫਸਟ ਸੈਕਿੰਡ ਕ੍ਰਿਸ ਕ੍ਰੋਸ ਇਨਹੈਰੀਟੈਂਸ ਹੈ ਨਾ, ਦੱਸੀ ਸੀ ਨਾ ਬੇਟੇ ਮੈਂ ਤੁਹਾਨੂੰ ਗੱਲ। ਤਾਂ ਇਹਨੂੰ ਤੁਸੀਂ ਯਾਦ ਰੱਖੋ। ਸਮਝ ਆ ਗਿਆ? ਇਹ ਕਿਹੜੀ ਇਨਹੈਰੀਟੈਂਸ ਹੋ ਗਈ ਸਾਡੇ ਕੋਲੇ? ਸੈਕਸ ਲਿੰਕਡ, ਐਕਸ ਲਿੰਕਡ ਰਿਸੈਸਿਵ। ਇਹ ਵੀ ਤੁਹਾਨੂੰ ਦੱਸਿਆ ਸੀ। ਕਲੀਅਰ ਕੱਢਤਾ ਤੁਸੀਂ ਆਨਸਰ? ਇੱਦਾਂ ਆਉਂਦਾ ਪੇਪਰ 'ਚ। ਸੈਕਿੰਡ ਦੇਖੋ ਬੇਟਾ, ਇਹ 'ਚ ਮੇਲ ਇਫੈਕਟਿਡ ਆ, ਨੈਕਸਟ ਜਨਰੇਸ਼ਨ 'ਚ ਵੀ ਕੀ ਆ? ਮੇਲ। ਮੀਨਜ਼ Y2Y, ਐਕਸ ਕ੍ਰੋਮੋਸੋਮ ਮੇਲ ਕ੍ਰੋਮੋਸੋਮ Y ਹੁੰਦਾ, ਤਾਂ ਇਹਨੂੰ ਅਸੀਂ ਕੀ ਕਹਿੰਦੇ ਹਾਂ? ਵਾਈ ਲਿੰਕਡ ਇਨਹੈਰੀਟੈਂਸ। ਠੀਕ ਹੈ ਬੱਚੇ? ਤਾਂ ਇੰਨਾ ਪਤਾ ਲੱਗ ਗਿਆ ਸਾਰਿਆਂ ਨੂੰ? ਤਾਂ ਹਾਂਜੀ, ਆ ਦੇਖੋ ਹੁਣ ਇਹਦੇ ਮੈਂ ਨਾ ਆਨਸਰ ਦੇ ਰਹੀ ਹਾਂ, ਕ੍ਰਿਸ ਕ੍ਰੋਸ ਐਕਸ ਲਿੰਕਡ ਰਿਸੈਸਿਵ। ਠੀਕ ਹੈ, ਅਤੇ ਇਹਦਾ ਹੋ ਗਿਆ ਬੱਚੇ ਸਾਡੇ ਕੋਲ ਵਾਈ ਲਿੰਕਡ। ਬੱਚੇ ਕਲੀਅਰ ਸਾਰਿਆਂ ਨੂੰ? ਬਹੁਤ ਧਿਆਨ ਨਾਲ ਡਾਇਗਰਾਮਸ ਬਣਾਇਓ, ਕੋਈ ਗਲਤੀ ਨਹੀਂ ਹੋਣੀ ਚਾਹੀਦੀ। ਉਹ ਚਾਰੋਂ ਟਿਪਸ ਨੂੰ ਮੈਂ ਦਿਮਾਗ 'ਚ ਰੱਖਦੇ ਹੋਏ ਤੁਹਾਡੇ ਸਾਰੇ ਆਨਸਰ ਕਢਵਾ ਦੇਣੇ ਬੇਟੇ। ਇਹ ਵੀ ਡਾਇਗਰਾਮ ਮੈਂ NCERT ਤੋਂ ਫੋਟੋ ਖਿੱਚੀ ਹੈ, NCERT ਦੀ ਡਾਇਗਰਾਮ ਆ, ਤਾਂ ਕਾਫੀ ਇੰਪੋਰਟੈਂਟ ਆ, ਇਹਨੂੰ ਵੀ ਪੂਰੇ ਧਿਆਨ ਨਾਲ ਸੁਣੋ। ਇਸ ਦੇ ਵਿੱਚ ਕੀ ਹੈ ਬੱਚੇ? ਸਭ ਤੋਂ ਪਹਿਲਾਂ ਆਪਾਂ ਇਹ ਦੇਖੋ ਵੀ ਇਹ ਆਟੋਸੋਮਲ ਆ ਜਾਂ ਸੈਕਸ ਲਿੰਕਡ ਆ। ਬੱਚੇ ਜੇ ਇਹ ਸੈਕਸ ਲਿੰਕਡ ਹੁੰਦੀ, ਪਹਿਲੇ 2 ਪੁਆਇੰਟਸ ਧਿਆਨ 'ਚ ਲੈ ਕੇ ਆਓ। ਕੀ ਇਹ ਕ੍ਰਿਸ ਕ੍ਰੋਸ ਹੈਗੀ ਆ? ਮੇਲ ਫੀਮੇਲ, ਪਰ ਐਂ ਤਾਂ ਨਹੀਂ ਹੈਗਾ। ਇੱਥੇ ਫਸਟ ਜਨਰੇਸ਼ਨ ਦੇ ਵਿੱਚ ਦੇਖੋ ਫੀਮੇਲ ਵੀ ਨਾਲ ਇਫੈਕਟਿਡ ਆ, ਤਾਂ ਕ੍ਰਿਸ ਕ੍ਰੋਸ 'ਤੇ ਤਾਂ ਵੱਜ ਗਿਆ ਸਾਡਾ ਕਾਟਾ ਹੈ ਨਾ। ਉਸ ਤੋਂ ਅੱਗੇ ਬੇਟੇ, ਇੱਕ ਮਿੰਟ ਬੇਟੇ, ਹਾਂਜੀ, ਤਾਂ ਉਸ ਤੋਂ ਬਾਅਦ ਕ੍ਰਿਸ ਕ੍ਰੋਸ ਹੈ ਨਹੀਂ। ਵਾਈ ਲਿੰਕਡ ਮੇਲ ਟੂ ਮੇਲ ਵੀ ਨਹੀਂ ਹੈਗੀ, ਉਹ ਵੀ ਨਹੀਂ। ਤਾਂ ਇਹਦਾ ਮਤਲਬ ਕੀ ਹੋ ਗਿਆ? ਇਹ ਵਾਲੀ ਜਿਹੜੀ ਹੈ ਸਾਡੇ ਕੋਲੇ ਸੈਕਸ ਲਿੰਕਡ ਤਾਂ ਹੈ ਨਹੀਂ। ਠੀਕ ਹੈ, ਜੇ ਇਹ ਸੈਕਸ ਲਿੰਕਡ ਨਹੀਂ ਤਾਂ ਇਟ ਮੀਨਸ ਇਹ ਕਿਹੜੀ ਹੈ ਬੇਟੇ? ਆਟੋਸੋਮਲ ਹੈ ਨਾ। ਤਾਂ ਆਟੋਸੋਮਲ ਹੋ ਗਈ ਨਾ। ਤਾਂ ਅੱਗੇ ਮੈਂ ਕਲੀਅਰ ਆਟੋਸੋਮਲ। ਫਿਰ ਆਪਾਂ ਦੇਖਣਾ ਡੋਮੀਨੈਂਟ ਆ ਕਿ ਰਿਸੈਸਿਵ ਆ। ਬੇਟੇ ਜੇ ਇਹ ਹਰ ਜਨਰੇਸ਼ਨ ਦੇ ਵਿੱਚ, ਠੀਕ ਹੈ, ਹਰ ਜਨਰੇਸ਼ਨ ਦੇ ਵਿੱਚ ਇਫੈਕਟ ਮਤਲਬ ਟ੍ਰੇਟ ਜਾਈ ਜਾਂਦਾ, ਤਾਂ ਉਹ ਕੀ ਹੋਊਗਾ ਬੱਚੇ? ਡੋਮੀਨੈਂਟ। ਕਲੀਅਰ? ਤਾਂ ਇਹ ਕੀ ਹੋ ਗਈ ਸਾਡੇ ਕੋਲੇ? ਨੋਟ ਕਰ ਲਿਓ ਬੇਟੇ ਸਾਰੇ, ਆਟੋਸੋਮਲ ਡੋਮੀਨੈਂਟ। ਤਾਂ ਨੈਕਸਟ ਆ ਬੇਟੇ ਸਾਡੇ ਕੋਲੇ ਆਹ ਸੈਕਿੰਡ ਡਾਇਗਰਾਮ, B ਡਾਇਗਰਾਮ। ਇਹਦੇ ਵਿੱਚ ਦਿੱਤਾ ਹੋਇਆ ਸਾਡੇ ਕੋਲੇ ਮੇਲ ਅਤੇ ਫੀਮੇਲ। ਇਹਨਾਂ ਦੀ ਜਿਹੜੀ ਪ੍ਰੋਜਨੀ ਹੋਈ ਬੇਟਾ, ਪ੍ਰੋਜਨੀ ਦੇ ਦੇਖੋ 1 2 3 4 ਹੈ ਨਾ, 4 ਨੇ। 4 ਦੇ ਵਿੱਚੋਂ 2 ਇਫੈਕਟਿਡ ਨੇ ਹੈ ਨਾ। ਜਦੋਂ ਇਹ 2 ਇਫੈਕਟਿਡ ਨੇ ਬੇਟੇ, ਤਾਂ ਇਹਦੇ ਵਿੱਚ ਨੈਕਸਟ ਜਨਰੇਸ਼ਨ ਦੇ ਵਿੱਚ ਕੀ ਹੋਇਆ ਬੱਚੇ? ਸਾਡੇ ਕੋਲ ਨੈਕਸਟ ਜਨਰੇਸ਼ਨ 'ਚ ਮੇਲ ਇਫੈਕਟਿਡ ਹੋਇਆ ਇਕੱਲਾ। ਤਾਂ ਹੁਣ ਆਪਾਂ ਫਿਰ ਦਿਮਾਗ 'ਚ ਉਹੀ ਟਿਪਸ ਲੈ ਕੇ ਆਓ। ਟਿਪਸ ਦੇ ਅਨੁਸਾਰ ਬੇਟਾ ਸਭ ਤੋਂ ਪਹਿਲਾਂ ਤਾਂ ਦੇਖੋ ਪੇਰੈਂਟਸ ਹੈਗੇ ਨੇ ਅਨਇਫੈਕਟਿਡ, ਨੈਕਸਟ ਜਨਰੇਸ਼ਨ ਹੋ ਗਈ ਇਫੈਕਟਿਡ। ਯਾਦ ਕਰੋ ਮੈਂ ਤੁਹਾਨੂੰ ਫੋਰਥ ਟਿਪ 'ਚ ਕੀ ਦੱਸਿਆ ਸੀ? ਜੇ ਪੇਰੈਂਟਸ ਥਰਡ ਟਿਪ 'ਚ ਵੀ ਜੇ ਪੇਰੈਂਟਸ ਅਨਇਫੈਕਟਿਡ ਨੇ ਤਾਂ ਬੱਚੇ ਇਫੈਕਟਿਡ ਹੋ ਗਏ, ਤਾਂ ਉਹ ਕੀ ਹੋਊਗੀ? ਟ੍ਰੇਟ ਰਿਸੈਸਿਵ ਦੀ। ਕਿਹੜੀ ਹੋਊਗੀ? ਰਿਸੈਸਿਵ। ਤਾਂ ਹੁਣ ਆਪਾਂ ਅੱਗੇ ਦੇਖਦੇ ਆਟੋਸੋਮਲ ਆ ਕਿ ਸੈਕਸ ਲਿੰਕਡ ਆ। ਫਿਰ ਉਹ ਪਹਿਲੇ 2 ਟਿਪਸ ਧਿਆਨ 'ਚ ਲੈ ਕੇ ਆਓ।
ਕੀ ਕ੍ਰਿਸ ਕ੍ਰੋਸ ਹੈਗੀ ਆ ਬੇਟੇ? ਕ੍ਰਿਸ ਕ੍ਰੋਸ ਨਹੀਂ ਹੈਗੀ। ਕੀ ਵਾਈ ਲਿੰਕਡ ਹੈਗੀ ਆ? ਨਹੀਂ ਹੈਗੀ। ਇਟ ਮੀਨਸ ਇਹ ਕੀ ਹੋਗੀ? ਆਟੋਸੋਮਲ ਰਿਸੈਸਿਵ। ਕਲੀਅਰ ਬੇਟਾ? ਤੇ ਇੱਕ ਮਿੰਟ ਜੀ, ਹਾਂਜੀ, ਤਾਂ ਆਪਾਂ ਨੇ ਇਹਨੂੰ ਇੱਕ ਮਿੰਟ ਰੱਬ ਕਰ ਦਈਏ। ਹਾਂਜੀ, ਹੁਣ ਦੇਖੋ ਆਟੋਸੋਮਲ ਡੋਮੀਨੈਂਟ ਟ੍ਰੇਟ ਫਸਟ ਏ ਦੱਸਦਾ ਨਾ ਮੈਂ ਤੁਹਾਨੂੰ। ਇਹਦੀ ਐਗਜ਼ਾਮਪਲ ਹੈਗੀ ਆ ਬੇਟੇ ਮਾਇਓਟੋਨਿਕ ਡਾਇਸਟ੍ਰੋਫੀ। ਇਹ ਤੁਹਾਡਾ ਵਰਡ ਜਿਵੇਂ NCERT 'ਚ ਲਿਖਿਆ ਤਾਂ ਤੁਹਾਨੂੰ ਇਹਦਾ ਮਤਲਬ ਪਤਾ ਹੋਣਾ ਚਾਹੀਦਾ ਵੀ ਮਸਲਸ ਵੀਕ ਹੋ ਜਾਂਦੇ ਨੇ, ਬੋਡੀ ਦੇ ਮਸਲਸ ਕੀ ਹੋ ਜਾਂਦੇ ਨੇ? ਵੀਕ। ਤਾਂ ਸੈਕਿੰਡ ਆਹ ਬੀ, ਇਹ ਹੈਗੀ ਆਟੋਸੋਮਲ ਰਿਸੈਸਿਵ, ਫॉर एग्जांपल ਸਿਕਲ ਸੈੱਲ ਅਨੀਮੀਆ। ਸਮਝ ਆ ਰਿਹਾ ਬੇਟਾ? ਹਾਂਜੀ, ਆਹ ਬੇਟੇ ਨੈਕਸਟ ਡਾਇਗਰਾਮ ਆ। ਇਹ ਉਹੀ 4 ਟਿਪਸ ਨੂੰ ਹੀ ਮੈਂ ਦਿਮਾਗ 'ਚ ਰੱਖਦੇ ਹੋਏ ਤੁਹਾਨੂੰ ਸਾਰੇ ਕਰਵਾਉਂਗੀ ਬੱਚੇ। ਇਹਦੇ 'ਚ ਦੇਖੋ ਸਭ ਤੋਂ ਪਹਿਲਾਂ ਬੇਟੇ ਆ ਕੀ ਦਿੱਤਾ ਹੋਇਆ ਸਾਡੇ ਕੋਲੇ? ਫੀਮੇਲ ਮੇਲ, ਅਫੈਕਟਿਡ ਮੇਲ ਆ ਗਿਆ। ਇਹਨਾਂ ਦੇ ਕਿੰਨੇ ਪ੍ਰੋਜਨੀ ਹੋਈ? 1 2 3 4। 4 ਦੇ ਵਿੱਚੋਂ ਅਫੈਕਟਿਡ ਕਿੰਨੇ ਹੋਏ? 2। ਨੋਰਮਲ ਕਿੰਨੇ ਹੋਏ? ਇਫੈਕਟਿਡ ਨਹੀਂ ਹੋਏ 2, ਹੈ ਨਾ? ਇਸ ਤਰ੍ਹਾਂ ਹੀ ਆ। ਤਾਂ ਓਕੇ ਬੇਟਾ, ਉਰੇ ਤੱਕ ਲੱਗ ਗਿਆ ਪਤਾ? ਫਿਰ ਇੱਕ ਜਿਹੜੇ ਬੱਚਾ ਸੀ, ਆਫਸਪ੍ਰਿੰਗ ਸੀ, ਉਹਨੇ ਆਪਣੀ ਲਾਈਫ ਸਟਾਰਟ ਕੀਤੀ। ਉਹਦੀ ਮੈਰਿਜ ਹੋ ਗਈ ਬੇਟੇ ਨੋਰਮਲ ਫੀਮੇਲ ਦੀ ਨੋਰਮਲ ਮੇਲ ਨਾਲ। ਉਹਦੇ ਬੱਚੇ ਜਿਹੜੇ ਸਾਰੇ ਬੱਚੇ ਹੋਏ ਨੋਰਮਲ। ਤਾਂ ਜਿਹੜੀ ਆਹ ਫੀਮੇਲ ਸੀ, ਇਫੈਕਟਿਡ ਫੀਮੇਲ, ਉਹਨੇ ਫਿਰ ਆਪਣੀ ਲਾਈਫ ਸਟਾਰਟ ਕੀਤੀ। ਉਹਨੇ ਵੀ ਆਪਣੀ ਲਾਈਫ ਸਟਾਰਟ ਕੀਤੀ। ਮੇਲ ਕੀ ਸੀ? ਨੋਰਮਲ। ਠੀਕ ਹੈ, ਉਹਦੀ ਮੈਰਿਜ ਹੋ ਗਈ ਨੋਰਮਲ ਮੇਲ ਨਾਲ। ਪਰ ਉਹਨਾਂ ਦੇ ਜਿਹੜੇ ਬੱਚੇ ਹੋਏ ਬੇਟੇ, ਉਹਦੇ 'ਚੋਂ ਕੁਛ % ਸੀਗੇ ਅਫੈਕਟਿਡ। ਰੀਜ਼ਨ ਕੀ ਆ? ਪਹਿਲਾਂ ਤਾਂ ਇਹਨੂੰ ਪਛਾਣਨਾ ਬੇਟੇ। ਅਸੀਂ ਕੀ ਪਛਾਣਨਾ ਬੇਟੇ? ਬਾਰ-ਬਾਰ ਬੋਲ ਰਹੀ ਹਾਂ, ਦੱਸੋ ਇਹ ਆਟੋਸੋਮਲ ਆ ਜਾਂ ਸੈਕਸ ਲਿੰਕਡ ਆ? ਆਟੋਸੋਮਲ ਲਈ ਕੀ ਦੇਖੋਗੇ ਬੇਟੇ? ਕੀ ਇਹ ਕ੍ਰਿਸ ਕ੍ਰੋਸ ਹੈ? ਨਹੀਂ ਹੈ। ਨੋ ਕ੍ਰਿਸ ਕ੍ਰੋਸ। ਕ੍ਰਿਸ ਕ੍ਰੋਸ 'ਚ ਕੀ ਹੁੰਦਾ ਬੇਟੇ? ਮੇਲ ਫੀਮੇਲ, ਮੇਲ ਫੀਮੇਲ। ਤਾਂ ਪਰ ਇਹਦੇ 'ਚ ਕੀ ਆ? ਇੱਥੇ ਮੇਲ ਆ, ਉਰੇ ਮੇਲ ਵੀ ਆ, ਇੱਥੇ ਮੇਲ ਵੀ ਆ, ਇੱਥੇ ਫੀਮੇਲ ਵੀ ਆ, ਹੈ ਨਾ? ਉਸ ਤੋਂ ਬਾਅਦ ਜਿਹੜੀ ਇਸ ਤੋਂ ਬਾਅਦ ਇਦੋਂ ਨੈਕਸਟ ਜਨਰੇਸ਼ਨ ਆਈ ਤਾਂ ਦੋਨੋਂ ਹੀ ਕ੍ਰਿਸ ਕ੍ਰੋਸ ਤਾਂ ਹੈ ਨਹੀਂ। ਫਿਰ ਕੀ ਵਾਈ ਲਿੰਕਡ ਆ? ਨੋ। ਇੱਥੇ ਇੱਕ ਦੇਖੋ ਆ ਮੇਲ ਆ ਤਾਂ ਮੇਲ ਤੋਂ ਬਾਅਦ ਮੇਲ ਤਾਂ ਆ ਗਿਆ, ਪਰ ਨਾਲ ਫੀਮੇਲ ਵੀ ਆ ਗਈ, ਤਾਂ ਵਾਈ ਲਿੰਕਡ ਵੀ ਨਹੀਂ ਹੈਗੀ। ਤਾਂ ਇਹਦਾ ਮਤਲਬ ਕੀ ਹੋ ਗਿਆ ਬੱਚੇ? ਇਹ ਸੈਕਸ ਲਿੰਕ ਤਾਂ ਹੈ ਨਹੀਂ, ਤਾਂ ਕੀ ਹੋ ਗਈ ਸਾਡੇ ਕੋਲ? ਆਟੋਸੋਮਲ, ਹੈ ਨਾ? ਤਾਂ ਨੈਕਸਟ ਆ ਬੇਟੇ, ਇੰਨੀ ਗੱਲ ਸਮਝ ਲੱਗ ਗਈ ਵੀ ਆਟੋਸੋਮਲ ਆ। ਹੁਣ ਆਪਾਂ ਨੇ ਕੀ ਚੈੱਕ ਕਰਨਾ? ਇਹ ਡੋਮੀਨੈਂਟ ਆ ਕਿ ਰਿਸੈਸਿਵ ਆ? ਬੱਚੇ ਤਾਂ ਤੁਹਾਨੂੰ ਇੱਕਦਮ ਦੇਖ ਕੇ ਹੀ ਪਤਾ ਲੱਗ ਜੂ ਬੇਟੇ, ਪੇਰੈਂਟਸ ਵੀ ਇਫੈਕਟਿਡ ਨੇ, ਜਨਰੇਸ਼ਨ ਵੀ ਸਾਰੀਆਂ ਇਫੈਕਟ ਆ ਰਿਹਾ। ਤਾਂ ਜਦੋਂ ਇੱਦਾਂ ਦਾ ਹੋਵੇ, ਹਰ ਇੱਕ ਜਨਰੇਸ਼ਨ ਦੇ ਵਿੱਚ ਇਫੈਕਟ ਸ਼ੋ ਹੋ ਰਿਹਾ ਹੋਵੇ, ਡਿਜ਼ੀਜ਼ ਸ਼ੋ ਹੋ ਰਹੀ ਹੋਵੇ, ਤਾਂ ਉਹ ਕੀ ਹੋਗੀ ਬੇਟਾ? ਡੋਮੀਨੈਂਟ। ਕਲੀਅਰ? ਤਾਂ ਇਹ ਕੀ ਹੋਗੀ? ਆਟੋਸੋਮਲ ਡੋਮੀਨੈਂਟ। ਇੰਨੀ ਗੱਲ ਸਾਰੇ ਬੱਚਿਆਂ ਨੂੰ ਕਲੀਅਰ ਹੋਈ? ਦੱਸੋ ਹੋ ਗਈ ਬੇਟਾ? ਆਟੋਸੋਮਲ ਡੋਮੀਨੈਂਟ। ਮੈਂ ਪਹਿਲਾਂ ਨਾਮ ਤਾਂ ਹੀ ਨਹੀਂ ਸ਼ੋ ਕੀਤਾ ਸੀ। ਹੁਣ ਬੇਟੇ ਆਪਾਂ ਨੇ ਕੀ ਸ਼ੋ ਕਰਨਾ? ਹਾਂਜੀ, ਮੈਨੂੰ ਇਹ ਦੱਸੋ, ਫਿਰ ਤੁਹਾਡੇ ਦਿਮਾਗ 'ਚ ਇਹ ਗੱਲ ਆ ਰਹੀ ਹੋ ਬੇਟੇ ਵੀ ਫਿਰ ਆਹ ਜਨਰੇਸ਼ਨ 'ਚ ਤਾਂ ਇਫੈਕਟ ਸ਼ੋ ਹੋ ਗਿਆ, ਡਿਜ਼ੀਜ਼ ਟ੍ਰਾਂਸਫਰ ਕਰ ਗਈ, ਬਟ ਆਹ ਵਾਲੇ ਸਾਰੇ ਨੋਰਮਲ ਕਿਵੇਂ? ਹੈ ਨਾ? ਦੱਸਦੀ ਹਾਂ ਬੇਟੇ, ਧਿਆਨ ਨਾਲ ਸੁਣੋ। ਤਾਂ ਤੁਹਾਨੂੰ ਪਤਾ ਕਿ ਜੀਨ ਦੇ ਜਿਹੜੇ ਐਲੀਲ ਨੇ, ਜਿਹੜੇ ਪੇਅਰ ਆਫ ਜੀਨਸ, ਉਹਨਾਂ ਦੀ ਕ੍ਰੋਸਿਸ ਹੁੰਦੇ ਨੇ। ਦੇਖੋ ਆਹ, ਇਹਦਾ ਮਤਲਬ ਆਹ ਏ, ਆਹ ਏ ਹੋਊਗਾ, ਠੀਕ ਹੈ? ਤਾਂ ਇਹਦੇ ਮਤਲਬ ਇਹਦੇ 'ਚੋਂ ਕੀ ਹੋਊ ਬੇਟੇ? ਇਹ ਹੈਟਰੋਜ਼ਾਈਗਸ। ਮੈਂ ਤੁਹਾਨੂੰ ਇੱਕ ਟਰਮ ਪਹਿਲਾਂ ਵੀ ਦੱਸੀ ਹੈ। ਹੋਮੋਜ਼ਾਈਗਸ ਕਿਹੜੇ ਹੁੰਦੇ ਨੇ? ਜਿਨ੍ਹਾਂ ਦੇ ਦੋਨੋਂ ਐਲੀਲ ਸੇਮ ਟਾਈਪ ਦੇ, ਜਿਵੇਂ ਟੀ ਹੋਣ, ਜਾਂ ਸਮੋਲ ਏ ਹੋਣ, ਜਾਂ ਸਮੋਲ ਟੀ ਹੋਣ, ਹੈ ਨਾ? ਇੱਦਾਂ। ਤਾਂ ਇਹਨਾਂ ਦੇ ਜਿਹੜੇ ਇਹ ਹੋਮੋਜ਼ਾਈਗਸ, ਇਹ ਹੈਟਰੋਜ਼ਾਈਗਸ। ਤਾਂ ਜਦੋਂ ਬੱਚੇ ਇਹਦਾ ਕ੍ਰੋਸ, ਇਹ ਵਾਲੇ ਇਹਦੇ ਇਸ ਐਲੀਲ ਦਾ ਆਹ ਵਾਲਾ ਪਾਰਟ
ਇਹਦੇ ਨਾਲ ਕ੍ਰੋਸ ਕੀਤਾ ਤਾਂ ਇਹਦੇ 'ਚ ਕੀ ਹੋਇਆ ਬੇਟੇ, ਸਮੋਲ ਏ ਆ ਗਿਆ। ਜਿਹਦੇ 'ਚ ਸਮੋਲ ਏ ਆ ਗਿਆ ਉਹ ਕੀ ਹੋ ਗਿਆ, ਰਿਸੈਸਿਵ ਹੋ ਗਿਆ ਨਾ, ਇਹ ਡਿਜ਼ੀਜ਼ ਸ਼ੋ ਨਹੀਂ ਕਰ ਰਿਹਾ। ਕਲੀਅਰ। ਉਸ ਤੋਂ ਬਾਅਦ ਬੇਟੇ ਜਿਹੜਾ ਆਹ ਵਾਲਾ ਹੈ ਨਾ, ਇਹ ਵਾਲੇ 'ਚ ਕੀ ਹੋਊਗਾ, ਇੱਕ ਰਿਸੈਸਿਵ, ਇਹਦਾ ਡੋਮੀਨੈਂਟ ਹੋ ਗਿਆ। ਇਹ ਬਣਾ ਲਿਓ ਬੇਟੇ ਭਾਵੇਂ ਨਾਲ ਇਸ ਤੋਂ ਅਲੱਗ ਤੋਂ, ਇਹ ਹੋ ਗਿਆ ਹੈ ਨਾ। ਤਾਂ ਜਿਹੜਾ ਆਹ ਨੋਰਮਲ ਆ, ਆਹ ਵਾਲਾ ਇਹ ਕੀ ਹੋਊਗਾ ਬੇਟੇ, ਇਹ ਵੀ ਇਹ ਹੈ ਨਾ, ਆਹ ਵਾਲਾ। ਤਾਂ ਫਿਰ ਇੱਕ ਕੀ ਰਹਿ ਗਿਆ, ਫੇਅਰ ਇਫੈਕਟਿਡ ਰਹਿ ਗਿਆ ਸਾਡੇ ਕੋਲ। ਫਿਰ ਆਹ ਇਹਦੇ ਨਾਲ ਇਹ ਠੀਕ ਹੈ। ਸਮਝ ਆਇਆ? ਮੈਨੂੰ ਲੱਗਦਾ ਇੱਥੇ ਤੁਹਾਨੂੰ ਸ਼ਾਇਦ ਘੱਟ ਪਤਾ ਲੱਗ ਰਿਹਾ ਹੋ। ਤਾਂ ਜਦੋਂ ਇਹ ਇਸ ਨੋਰਮਲ ਦੀ ਇਸ ਨੋਰਮਲ ਦੇ ਨਾਲ ਹੋਈ, ਇਹ ਨੋਰਮਲ ਵੀ ਇਹ ਆ, ਤਾਂ ਉਹਨਾਂ ਦੇ ਬੱਚਿਆਂ ਦਾ ਕੋਈ ਇਫੈਕਟ ਸ਼ੋ ਹੋਇਆ ਹੀ ਨਹੀਂ। ਠੀਕ ਹੈ। ਤਾਂ ਇਹਦੇ ਵਿੱਚ ਆਹ ਇੱਕ ਡੋਮੀਨੈਂਟ ਕਰ ਗਿਆ, ਇਹ ਤਾਂ ਅੱਗੋਂ ਇਹਨਾਂ ਦੇ ਇਫੈਕਟ ਸ਼ੋ ਹੋ ਗਿਆ। ਮੈਂ ਤੁਹਾਨੂੰ ਦੁਬਾਰਾ ਵੀ ਇੱਕ ਵਾਰੀ ਸਮਝਾਉਂਦੀ ਹਾਂ, ਇੱਕ ਮਿੰਟ ਰੁਕੋ, ਇਹਨੂੰ ਆਪਾਂ ਇਰੇਜ਼ ਕਰ ਦਈਏ। ਤਾਂ ਨੈਕਸਟ ਆ ਬੇਟੇ, ਆ ਦੇਖੋ ਇੱਥੇ ਕਰਦੇ ਆਪਾਂ। ਮੈਂ ਕੀ ਦੱਸਿਆ ਤੁਹਾਨੂੰ, ਜਿਵੇਂ ਇਹ ਹੈ ਨਾ, ਇਹਨਾਂ ਦਾ ਕ੍ਰੋਸ ਬਣਾਉਣਾ ਤੁਹਾਨੂੰ ਸਿਖਾਏ ਹੋਏ ਨੇ ਮੈਂ ਪਹਿਲਾਂ ਵੀ, ਕਿਵੇਂ ਬਣਾਵਾਂਗੇ ਬੇਟੇ, ਇਹ ਹੈ ਨਾ। ਤਾਂ ਇਹ ਵਾਲੇ ਏ ਨੂੰ ਇਹਦੇ ਨਾਲ ਕੀਤਾ, ਇਹ ਹੈ ਨਾ। ਤਾਂ ਇਹ ਮੀਨਸ ਕੀ ਹੋਇਆ ਬੇਟੇ, ਜਿਹੜੇ ਆਹ ਤੇ ਆਹ ਨੇ, ਇਹਨਾਂ 'ਚੋਂ ਇੱਕ ਡੋਮੀਨੈਂਟ ਨੇ। ਜਿਹੜੇ ਡੋਮੀਨੈਂਟ ਹੋਣਗੇ ਉਹ ਆਪਣਾ ਕਰੈਕਟਰ ਸ਼ੋ ਕਰਨਗੇ। ਮੀਨਸ ਆਹ ਦੋਨੇ ਅਫੈਕਟਿਡ ਹੋ ਗਏ, ਆਹ ਦੋਨੋਂ ਅਨਇਫੈਕਟਿਡ ਹੋ ਗਏ। ਤਾਂ 50% ਅਫੈਕਟਿਡ, ਇੱਕ ਮਿੰਟ, ਹਾਂਜੀ, ਅਤੇ 50% ਸਾਡੇ ਕੋਲ ਕੀ ਆ ਗਿਆ ਬੱਚੇ, ਅਨਇਫੈਕਟਿਡ। ਕਲੀਅਰ? ਠੀਕ ਹੈ ਬੇਟਾ। ਤਾਂ ਨੈਕਸਟ ਆ, ਸਮਝ ਆ ਗਿਆ ਸਾਰਿਆਂ ਨੂੰ? ਤਾਂ ਕੀ ਹੈ ਬੇਟੇ, ਵੀ ਰਿਸੀਵ 1 ਐਲੀਲ ਫਰੋਮ ਮਦਰ ਐਂਡ 1 ਐਲੀਲ ਫਰੋਮ ਫਾਦਰ, ਹੈ ਨਾ। ਤਾਂ ਜੇ ਬੱਚੇ ਇੱਕ ਸਾਡੇ ਕੋਲ ਪੇਰੈਂਟਸ 'ਚੋਂ ਹੈਟਰੋਜ਼ਾਈਗਸ ਹੋਵੇ, ਇੱਕ ਹੋਮੋਜ਼ਾਈਗਸ ਹੋਵੇ, ਯਾਦ ਰੱਖਿਓ, ਤਾਂ ਉਹਨਾਂ ਦੇ ਜਿਹੜੇ ਬੱਚੇ ਹੋਣਗੇ 50% ਇਫੈਕਟਿਡ ਅਤੇ 50% ਨੋਰਮਲ। ਆ ਦੇਖੋ ਮੈਂ ਨੈਕਸਟ ਸਲਾਈਡ 'ਚ ਫਸਟ ਪੁਆਇੰਟ ਲਿਖਿਆ ਹੋਇਆ, 50% ਇਫ 1 ਹੈਟਰੋਜ਼ਾਈਗਸ ਪੇਰੈਂਟ ਐਂਡ 1 ਇਫੈਕਟਿਡ ਪੇਰੈਂਟ। ਹੁਣ ਜਿਹੜਾ ਸੈਕਿੰਡ ਪੁਆਇੰਟ ਆ, ਜੇ ਕਹਿੰਦੇ ਦੋਨੋਂ ਹੈਟਰੋਜ਼ਾਈਗਸ ਹੋਣ ਪੇਰੈਂਟਸ ਅਫੈਕਟਿਡ, ਤਾਂ 75% ਬੱਚੇ ਇਫੈਕਟਿਡ ਹੋਣਗੇ। ਸੈਕਿੰਡ ਪੁਆਇੰਟ ਸਮਝਾਉਣ ਲੱਗੀ ਹਾਂ ਹੁਣ ਤੁਹਾਨੂੰ। ਆਹ ਵਾਲਾ ਦੇਖੋ, ਇਹਦੇ 'ਚ ਬੇਟੇ, ਹਾਂਜੀ, ਤਾਂ ਇੱਕ ਮਿੰਟ, ਆ ਦੇਖ ਲਓ ਧਿਆਨ ਨਾਲ, ਕੈਪੀਟਲ ਏ ਸਮੋਲ ਏ, ਕੈਪੀਟਲ ਏ ਸਮੋਲ ਏ। ਤਾਂ ਇਹ ਕੀ ਹੋ ਗਏ, ਦੋਨੇ ਬੇਟੇ ਹੈਟਰੋਜ਼ਾਈਗਸ। ਤਾਂ ਇਹਨਾਂ ਦੀ ਜਿਹੜੀ ਪ੍ਰੋਜਨੀ ਹੋਈ, 4 ਬੱਚੇ ਹੋਏ, 4 'ਚੋਂ ਬੇਟੇ 3 ਇਫੈਕਟਿਡ, 1 ਅਨਇਫੈਕਟਿਡ। ਮੈਂ ਇਹਦਾ ਵੀ ਚਾਰਟ ਬਣਾ ਕੇ ਇੱਥੇ ਦੱਸਦੀ ਹਾਂ ਤੁਹਾਨੂੰ, ਕੀ ਆਪਣੇ ਕੋਲ ਆ ਦੇਖੋ, ਕੀ ਸੀ ਬੇਟੇ, ਇਹ ਹਾਂਜੀ, ਹਾਂਜੀ। ਇਫੈਕਟਿਡ ਕਿੰਨੇ ਹੋ ਗਏ ਬੇਟੇ, 3, ਇੱਕ ਕੀ ਹੋ ਗਿਆ ਅਨਇਫੈਕਟਿਡ। ਤਾਂ ਕੀ ਮਤਲਬ ਹੋਇਆ ਸਾਡੇ ਕੋਲ, 50% ਇਫੈਕਟਿਡ, 75% ਇਫੈਕਟਿਡ, 25% ਅਨਇਫੈਕਟਿਡ। ਹੁਣ ਇਹਦੇ ਬਾਰੇ ਸਮਝੋ, ਜੇ ਬੇਟਾ ਦੋਨੋਂ ਪੇਰੈਂਟਸ ਹੋਮੋਜ਼ਾਈਗਸ ਹੋਣ, ਦੇਖੋ ਆ ਵੀ ਹੋਮੋਜ਼ਾਈਗਸ ਆ, ਇੱਕੋ ਜਿਹੇ ਨੇ ਦੋਨੋਂ, ਇਹ ਵੀ ਹੋਮੋਜ਼ਾਈਗਸ ਆ, ਇਹਨਾਂ ਦਾ ਉਸ ਤਰ੍ਹਾਂ ਹੀ ਕ੍ਰੋਸ ਬਣਾ ਲਿਓ, ਤਾਂ ਪ੍ਰੋਜਨੀ ਕੀ ਹੋਊਗੀ ਬੇਟੇ, 100% ਇਫੈਕਟਿਡ। ਸਮਝ ਆ ਗਈ ਗੱਲ? ਅਤੇ ਇਹ ਸਾਰੀਆਂ ਐਗਜ਼ਾਮਪਲ ਸਾਡੇ ਕੋਲ ਕਿਹਦੀਆਂ ਹੋ ਗਈਆਂ, ਆਟੋਸੋਮਲ ਡੋਮੀਨੈਂਟ। ਠੀਕ ਹੈ ਬੇਟੇ। ਨੈਕਸਟ ਸਲਾਈਡ ਆ ਗਈ ਸਾਡੇ ਕੋਲ,
मैं एक पहला नहीं दसूँगी, ध्यान नाल देखो की है ये बच्चे। एकदम देखण सार ही पता लगदा। की पता लगदा? देखो आ जनरेशन जिहड़ी हैगी आ, आ वाली अनइफेक्टिड, आ वाली अनइफेक्टिड, ਇੱਥੇ ਕੀ आ गया, ਇੱਥੇ ਕੀ आ गया, इफेक्ट। ठीक है, डिजीज़ शो हो रही है। तो सब तो पहला तुहानूं एकदम पता लग गया की है ये रिसैसिव है ना। तो उस तो बाद रिसैसिव का पता लग गया। हुण ऑटोसोमल आ कि सैक्स लिंक्ड आ? क्रिस क्रॉस नहीं हैगी, वाई लिंक्ड नहीं हैगी, तो की होगी बेटे ऑटोसोमल रिसैसिव। की होगी बच्चे ऑटोसोमल रिसैसिव है ना। तो ये बेटे हाँ ठीक है ओके, एक मिनट बेटे कुछ रह ना गया ये चो। हाँ जी एक तो ये ਆਪਾਂ ਨੂੰ हाँ ये जी नैक्सट स्लाइड आ, कैन बी इनहैरिटेड फ्रॉम अनइफेक्टिड पेरेंट्स। अनइफेक्टिड पेरेंट्स तो अगे ट्रेट गया, फ्यू जनरेशनस आर अफेक्टिड, कोई जनरेशन इफेक्ट कर हो रही है। ठीक है, नैक्सट आ बेटे डिफरेंट टाइप की है। लास्ट पैडिग्री दसन लगी तुहानूं, आ जिहड़ा बोलिया सी मैं वो नोट कर लिओ। हाँ जी नैक्सट आ साडे कोल, आ देखो बेटे ये की आ बेटा फीमेल हैगी आ इफेक्टिड है ना, मेल नॉर्मल, उन्होंने चारों बच्चे अफेक्टिड हो गया। ठीक है, जी आह इफेक्टिड फीमेल आ बेटा उसने अपनी लाइफ स्टार्ट की नॉर्मल मेल नाल, आ नॉर्मल मेल ने भी अपनी लाइफ स्टार्ट की नॉर्मल फीमेल नाल। इत्थे नोट करने वाली गल की है बेटे, जिहड़ी तां नॉर्मल मेल इफेक्टिड मेल ने, आ वाले इफेक्टिड मेल ने आ वाली अनइफेक्टिड फीमेल नाल लाइफ शेयर शुरू की, उन्हों दे सारे बच्चे नॉर्मल हुए। पर जिहड़ी इफेक्टिड फीमेल ने अपनी लाइफ शुरू की नॉर्मल मेल नाल, उन्हों दे बच्चे इफेक्टिड हुए। क्यों बेटा? ये डिफरेंट टाइप की इनहैरीटेंस आ। तुहानूं मेनली तो जिहड़े मैं उपर करातियां उही आउंदियां ने, पर तुहाडी अंडरस्टैंडिंग लई दस दिंदे आ। तो इदां क्यों हुंदा बेटे? ये न्यू टाइप की इनहैरीटेंस आ। इस इनहैरीटेंस नूं असीं कहने आ बच्चे माइटोकॉन्ड्रियल इनहैरीटेंस। ठीक है, तो ये बेटे आपां ने की करना, सब तो पहला तुहानूं पता भी जिहड़ा ज़ाइगोट आ ਉਹ ਐਗ ਅਤੇ ਸਪਾਮ ਦੇ ਮਿਲਣ ਨਾਲ ਬਣਦਾ। ਜਦੋਂ ਸਪਾਮ ਨੇ ਐਗ ਦੇ ਵਿੱਚ ਐਂਟਰ ਕਰਨਾ ਹੁੰਦਾ ਬੇਟਾ, ਤਾਂ ਉਹਦੇ ਵਿੱਚ ਉਹਦਾ ਜਿਹੜਾ ਹੈਗਾ ਮਾਈਟੋਕੌਂਡਰੀਆ ਸਪਾਮ ਦੇ ਵਿੱਚ, ਸਪਾਮ ਦਾ ਮਾਈਟੋਕੌਂਡਰੀਆ ਐਗ ਦੇ ਵਿੱਚ ਐਂਟਰ ਨਹੀਂ ਕਰਦਾ। ਯਾਦ ਰੱਖਿਓ, ਜਦੋਂ ਜ਼ਾਈਗੋਟ ਦੇ ਵਿੱਚ ਮਾਈਟੋਕੌਂਡਰੀਆ ਫਿਰ ਕਿਹਦਾ ਹੁੰਦਾ? ਸਿਰਫ ਮਦਰ ਦਾ। ਕਿਹਦਾ ਹੁੰਦਾ? ਮਦਰ ਦਾ। ਤਾਂ ਜ਼ਾਈਗੋਟ ਦੇ ਵਿੱਚ ਮਾਈਟੋਕੌਂਡਰੀਆ ਜਿਹੜਾ ਹੈਗਾ ਸਿਰਫ ਐਗ ਦਾ ਹੁੰਦਾ, ਸਪਾਮ ਦਾ ਨਹੀਂ ਹੁੰਦਾ। ਜਦੋਂ ਇੱਥੇ ਇਹ ਵਾਲੇ 'ਚ ਮਿਊਟੇਸ਼ਨ ਹੋਈ, ਠੀਕ ਹੈ, ਚੇਂਜ ਆਈ, ਤਾਂ ਜਿਹੜੀ ਇਹ ਚੇਂਜ ਆਈ ਉਹ ਚੇਂਜ ਅੱਗੇ ਇਨਹੈਰਿਟ ਹੋਊਗੀ ਮਦਰ ਦੇ ਥਰੂ। ਕਿਉਂਕਿ ਜੇ ਮਦਰ ਦੇ ਮਾਈਟੋਕੌਂਡਰੀਆ ਦੇ ਵਿੱਚ ਮਿਊਟੇਸ਼ਨ ਹੋਈ ਆ ਕੋਈ, ਹੁਣ ਮੈਂ ਮਿਊਟੇਸ਼ਨ ਪੜ੍ਹਾ ਚੁੱਕੀ ਹਾਂ, ਚੇਂਜ ਆਈ ਆ, ਤਾਂ ਉਹ ਅੱਗੇ ਜਾਊਗੀ ਕਿਉਂਕਿ ਇਹਦਾ ਮਾਈਟੋਕੌਂਡਰੀਆ ਜ਼ਾਈਗੋਟ ਦੇ ਵਿੱਚ ਜਾਂਦਾ, ਪਰ ਇਹਦਾ ਮਾਈਟੋਕੌਂਡਰੀਆ ਜ਼ਾਈਗੋਟ ਦੇ ਵਿੱਚ ਨਹੀਂ ਜਾਂਦਾ, ਇੱਧਰ ਨਹੀਂ ਜਾਂਦਾ। ਇਸ ਕਰਕੇ ਇਹ ਅਨਇਫੈਕਟਿਡ ਨੇ ਅਤੇ ਇਹ ਅਫੈਕਟਿਡ ਨੇ। ਦਿਸ ਟਾਈਪ ਆਫ ਇਨਹੈਰੀਟੈਂਸ ਇਜ਼ ਕੌਲਡ ਮਾਈਟੋਕੌਂਡਰੀਅਲ ਇਨਹੈਰੀਟੈਂਸ। ठीक है बच्चे, समझ आ गया? उम्मीद है थानू समझ आया होगा। कोई भी प्रॉब्लम हुई बेटे ਜਿਹੜੇ ਹੁਣ ਆਪਾਂ ਇਹਦੇ 'ਚ ਕੀਤਾ ਹੋਇਆ, ਆਲ ਦਾ ਆਫਸਪ੍ਰਿੰਗਸ ਆਫ ਅਫੈਕਟਿਡ ਮਦਰ, ਜਿਹੜੀ ਆ ਆਫਸਪ੍ਰਿੰਗਸ ਨੇ ਅਫੈਕਟਿਡ ਮਦਰ ਦੇ ਆਰ ਅਫੈਕਟਿਡ। ਠੀਕ ਹੈ, ਤਾਂ ਉਮੀਦ ਹੈ ਤੁਹਾਨੂੰ ਸਮਝ ਆਇਆ ਹੋਊਗਾ ਬੱਚੇ। ਤਾਂ
ਓਕੇ ਜੀ, ਥੈਂਕਸ ਫॉर वाचिंग।